ਧੰਨ ਵਾਹਿਗੁਰੂ ਜੀਓ। ਆਸਾ ਸ਼ੇਖ ਫਰੀਦ ਜੀਓ ਕੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦਿਲੋਂ ਮੁਹੱਬਤ ਜਿਨ ਸੇ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਹੋਏ ਪਾਰ ਥੀਏ ਰਹਾਉ। ਆਪ ਲੀਏ ਲੜ ਲਾਇ ਦਰ ਦਰਵੇਸ਼ ਸੇ, ਤੈਨ ਧਨ ਜਣੇਂਦੀ ਮਾਂ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਬੜੇ ਅਦਬ ਸਹਿਤ ਸੱਜ ਕੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰ ਰਹੇ ਹਾਂ 15 ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਨ ਦਾ, ਜਿਸ ਵਿੱਚੋਂ ਆਪਾਂ ਬਾਬਾ ਰਵਿਦਾਸ ਸਾਹਿਬ ਮਹਾਰਾਜ ਅਤੇ ਹੋਰ ਬਾਕੀ ਮਹਾਂਪੁਰਖਾਂ ਦੀ ਬਾਣੀ ਨੂੰ ਵਿਚਾਰਿਆ ਹੈ। ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 488 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਦਰਅਸਲ ਇਹ ਦੋ ਸ਼ਬਦਾਂ ਦਾ ਇਕੱਠਾ ਸੰਗ੍ਰਹਿ ਹੈ। ਇਸ ਸ਼ਬਦ ਉੱਤੇ ਜੋ ਸਿਰਲੇਖ ਹੈ, ਆਸਾ ਸ਼ੇਖ ਫਰੀਦ ਜੀਓ ਕੀ ਬਾਣੀ। ਆਸਾ ਰਾਗ ਤੇ ਇਹ ਜਿਹੜੇ ਦੋ ਸ਼ਬਦ ਨੇ, ਇਹਨਾਂ ਦੀ ਜਿੱਥੋਂ ਆਰੰਭਤਾ ਹੋ ਰਹੀ ਹੈ, ਸਾਂਝਾ ਸਿਰਲੇਖ ਇਹਨਾਂ ਦੇ ਉੱਤੇ ਦਰਜ ਹੈ, ਸ਼ੇਖ ਫਰੀਦ ਜੀਓ ਕੀ ਬਾਣੀ। ਬਾਬਾ ਸ਼ੇਖ ਫਰੀਦ ਸਾਹਿਬ ਤਿਨਾਂ ਦੇ ਸ਼ਬਦ ਨੇ। ਇਹ ਬਾਣੀ ਦੀ ਆਰੰਭਤਾ ਹੁੰਦੀ ਹੈ, ਰਾਗ ਆਸਾ ਹੈ। ਜਦੋਂ ਅਸੀਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਪੜ੍ਹਦੇ ਹਾਂ, ਦੋ ਸ਼ਬਦ ਇਸ ਰਾਗ ਵਿੱਚ ਦਰਜ ਨੇ, ਆਸਾ ਵਿੱਚ, ਦੋ ਸੂਹੀ ਰਾਗ ਵਿੱਚ ਦਰਜ ਨੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੇ ਨਿਰੰਤਰ ਪਾਠ ਕਰਦੇ ਜਾਈਏ ਤਾਂ ਅਖੀਰ ਉੱਤੇ ਜਾ ਕੇ ਫਿਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਤੋਂ ਬਾਅਦ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕ ਆਉਂਦੇ ਨੇ। ਉਹਨਾਂ ਸ਼ਲੋਕਾਂ ਦੀ ਕੁੱਲ ਗਿਣਤੀ 130 ਹੈ, ਜਿਸ ਵਿੱਚੋਂ 18 ਸ਼ਲੋਕ
ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਨ ਅਤੇ ਉਹਨਾਂ 130 ਸ਼ਲੋਕਾਂ ਦੇ ਵਿੱਚੋਂ 112 ਸ਼ਲੋਕ ਬਾਬਾ ਸ਼ੇਖ ਫਰੀਦ ਸਾਹਿਬ ਦੇ ਹਨ। ਆਸਾ ਰਾਗ ਦੇ ਇਹ ਦੋ ਸ਼ਬਦਾਂ ਦਾ ਜੋ ਜੁਟ ਹੈ, ਸੂਹੀ ਰਾਗ ਵਿੱਚ ਦੋ ਸ਼ਬਦਾਂ ਦਾ ਜੁਟ ਹੈ, ਕੁੱਲ 4 ਸ਼ਬਦ ਅਤੇ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਦੇ ਹਨ। ਆਸਾ ਰਾਗ ਦੇ ਇਹਨਾਂ ਦੋਹਾਂ ਸ਼ਬਦਾਂ ਦੇ ਉੱਤੇ ਜੋ ਸਿਰਲੇਖ ਹੈ, ਸੂਹੀ ਰਾਗ ਵਿੱਚ ਦੋਵਾਂ ਸ਼ਬਦਾਂ ਦੇ ਉੱਤੇ ਸਿਰਲੇਖ ਹੈ, ਤੇ ਜਿਹੜੇ ਸ਼ਲੋਕ ਆਰੰਭ ਹੁੰਦੇ ਨੇ ਉਹਨਾਂ ਉੱਤੇ ਜੋ ਸਿਰਲੇਖ ਹੈ, ਸਭਨਾਂ ਦੇ ਵਿੱਚ ਸ਼ੇਖ ਸ਼ਬਦ ਦੀ ਵਰਤੋਂ ਬਾਬਾ ਫਰੀਦ ਸਾਹਿਬ ਜੀ ਦੇ ਨਾਲ ਹੋਈ ਹੈ। ਸ਼ੇਖ ਸ਼ਬਦ ਬਹੁਤ ਡੂੰਘੇ ਅਰਥ ਰੱਖਦਾ ਹੈ। ਇਸਲਾਮੀ ਸੱਭਿਅਤਾ ਦੇ ਵਿੱਚ, ਉਹਨਾਂ ਦੀਆਂ ਰਵਾਇਤਾਂ ਦੇ ਵਿੱਚ ਸ਼ੇਖ ਸ਼ਬਦ ਬਹੁਤ ਉੱਚੀ ਧਾਰਮਿਕ ਹਸਤੀ ਨੂੰ ਕਿਹਾ ਜਾਂਦਾ ਹੈ। ਉਸ ਨੂੰ ਕਹਿੰਦੇ ਹਨ ਬਜ਼ੁਰਗੀ ਵਾਲਾ, ਭਾਵ ਜਿਹੜਾ ਆਤਮਿਕ ਤੌਰ ਤੇ, ਮਾਨਸਿਕ ਤੌਰ ਤੇ ਬੜਾ ਪ੍ਰੌੜ ਹੋਵੇ, ਤਤਵੇਤਾ ਹੋਵੇ, ਗਿਆਨੀ ਪੁਰਖ ਹੋਵੇ, ਬਹੁਤ ਧਾਰਮਿਕ ਕਮਾਈ ਵਾਲਾ ਹੋਵੇ, ਸਿਆਣਾ ਹੋਵੇ, ਸੁਲਝਿਆ ਹੋਵੇ। ਉਹਦੀਆਂ ਬਹੁਤ ਸਾਰੀਆਂ ਅੱਗੇ ਪਰਿਭਾਸ਼ਾਵਾਂ ਜਿਹੜੀਆਂ ਨੇ, ਡੈਫੀਨੇਸ਼ਨਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਪਰ ਜੇ ਆਪਾਂ ਸੰਖੇਪ ਵਿੱਚ ਸਮਝੀਏ ਤੇ ਸ਼ੇਖ ਸ਼ਬਦ ਦਾ ਅਰਥ ਉਹੀ ਹੈ ਜਿਹੜਾ ਬਾਕੀ ਮਹਾਂਪੁਰਖਾਂ ਦੇ ਨਾਲ ਭਗਤ ਸ਼ਬਦ ਵਰਤਿਆ, ਭਗਤ ਦਾ ਹੈ। ਭਾਵ ਜਿਹੜਾ ਪਰਮੇਸ਼ਰ ਦੇ ਦਰ ਤੇ ਪ੍ਰਵਾਨਿਆ ਹੋਇਆ ਹੈ, ਬਹੁਤ ਉੱਚੀ ਆਤਮਿਕ ਹਸਤੀ ਹੈ, ਬਹੁਤ ਸੂਝਵਾਨ ਤੇ ਬਜ਼ੁਰਗੀ ਵਾਲਾ ਹੈ, ਉਹ ਸ਼ੇਖ ਹੈ। ਫਰੀਦ ਸਾਹਿਬ ਜਿਨ੍ਹਾਂ ਦਾ ਜਨਮ ਪਿੰਡ ਕੋਠੇਵਾਲ ਵਿੱਚ ਹੋਇਆ ਤੇ ਬਹੁਤਾ ਸਮਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਆਪਣਾ ਪਾਕਪਟਨ ਗੁਜ਼ਾਰਿਆ। ਬੜੀ ਮਹਾਨ ਹਸਤੀ ਹੋਏ ਨੇ। ਚਿਸ਼ਤੀ ਸਿਲਸਿਲਾ ਦੀ, ਆਪਾਂ ਸੰਪਰਦਾਇ ਕਹਿੰਦੇ, ਉਹ ਸਿਲਸਿਲਾ ਕਹਿੰਦੇ ਨੇ। ਚਿਸ਼ਤੀ ਸਿਲਸਿਲਾ ਦੀ ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਉਹਨਾਂ ਦੇ ਸ਼ਾਗਿਰਦ ਸਨ ਬਾਬਾ ਸ਼ੇਖ ਫਰੀਦ ਸਾਹਿਬ। ਇਹਨਾਂ ਦਾ ਜੋ ਮੁੱਢਲਾ ਨਾਮ ਹੈ, ਜੇ ਮੁਕੰਮਲ ਪੂਰਾ ਨਾਂ ਜੋ ਲਿਖਤਾਂ ਵਿੱਚ ਸਾਨੂੰ ਮਿਲਦਾ ਹੈ, ਹਜ਼ਰਤ ਫਰੀਦੁਦੀਨ ਮਸਊਦ ਗੰਜ ਸ਼ਕਰ। ਅਸਲ ਨਾਂ ਜੋ ਪਰਿਵਾਰ ਨੇ ਰੱਖਿਆ ਸੀ ਉਹ ਮਸਊਦ ਰੱਖਿਆ ਸੀ, ਪਰ ਚਿਸ਼ਤੀ ਸਿਲਸਿਲੇ ਦੇ ਵਿੱਚ ਇੱਕ ਰਵਾਇਤ ਹੈ, ਇੱਕ ਮਰਿਆਦਾ ਹੈ, ਜਿਸ ਨੂੰ ਵੀ ਉਹ ਆਪਣਾ ਸੇਵਕ ਬਣਾਉਂਦੇ ਨੇ, ਭਾਵ ਜਿਸ ਨੂੰ ਆਪਣਾ ਉੱਤਰਾਧਿਕਾਰੀ ਬਣਾਉਂਦੇ ਨੇ, ਜਿਸ ਨੂੰ ਆਪਣਾ ਪ੍ਰਮਾਣਿਕ ਪ੍ਰਚਾਰਕ ਜਾਂ ਸੇਵਕ ਘੋਸ਼ਿਤ ਕਰਦੇ ਨੇ, ਉਹਦਾ ਉਹ ਆਪਣਾ ਨਾਮ ਜ਼ਰੂਰ ਰੱਖਦੇ ਨੇ। ਉਹਨਾਂ ਨੇ ਨਾਮ ਮਸਊਦ ਜੀ ਦਾ ਫਰੀਦੁਦੀਨ ਰੱਖਿਆ, ਤਾਂ ਫਰੀਦ ਨਾਮ ਕਰਕੇ ਹੀ ਉਹ ਦੁਨੀਆ ਵਿੱਚ ਮਸ਼ਹੂਰ ਹੋਏ। ਇਸੇ ਤਰ੍ਹਾਂ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦਾ ਨਾਮ ਵੀ ਹੋਰ ਆਉਂਦਾ ਹੈ, ਪਰ ਇਹ ਵੀ ਬਦਲਵਾਂ ਹੈ। ਦਿੱਲੀ ਦੇ ਵਿੱਚ ਹਜ਼ਰਤ ਨਿਜ਼ਾਮੁਦੀਨ ਔਲੀਆ ਦਾ ਨਾਮ ਬਹੁਤ ਉੱਘਾ ਹੈ। ਇਹ ਵੀ ਚਿਸ਼ਤੀ ਸਿਲਸਿਲੇ ਦੇ ਆਗੂ ਹੋਏ ਨੇ ਔਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਇਹ ਸ਼ਾਗਿਰਦ ਸੇਵਕ ਸਨ, ਗੱਦੀਦਾਰ ਸਨ। ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲੋਂ ਦਾ ਸਮਾਂ ਹੈ ਬਾਬਾ ਸ਼ੇਖ ਫਰੀਦ ਸਾਹਿਬ ਦਾ। 1170 ਤੋਂ ਲੈ ਕੇ 1266 ਤੱਕ ਦਾ ਉਹਨਾਂ ਦੇ ਜੀਵਨ ਹਯਾਤੀ ਦਾ ਵਕਤ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਪਾਕਪਟਨ ਗਏ, ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਵੰਸ਼ ਵਿੱਚੋਂ, ਪਰਿਵਾਰ ਵਿੱਚੋਂ ਉਹਨਾਂ ਦੇ ਜੋ ਗੱਦੀਦਾਰ, ਉਹਨਾਂ ਦੇ ਜੋ ਸ਼ਾਗਿਰਦ ਸਨ, ਉਹ 11ਵੀਂ ਥਾਂ ਦੇ ਉੱਤੇ ਸਨ। ਹਜ਼ਰਤ ਇਬਰਾਹਿਮ ਸ਼ੇਖ ਬ੍ਰਹਮ ਜੀ ਪਾਸੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਾ ਸ਼ੇਖ ਫਰੀਦ ਸਾਹਿਬ ਦੀ ਬਾਣੀ ਇਕੱਤਰ ਕੀਤੀ। ਇਤਿਹਾਸ ਦੀਆਂ ਪੈੜਾਂ ਬਹੁਤ ਲੰਬੀਆਂ ਚੌੜੀਆਂ ਹੁੰਦੀਆਂ ਹਨ, ਖਾਨਦਾਨੀ ਰਵਾਇਤ ਬਹੁਤ ਅਮੀਰ ਹੈ, ਪਰ ਆਪਾਂ ਇੱਥੇ ਕਿਉਂਕਿ ਕੇਵਲ ਇਹਨਾਂ ਮਹਾਨ ਸਤਿਪੁਰਖਾਂ ਦੇ ਉਪਦੇਸ਼ ਨੂੰ ਵਿਚਾਰਨ ਦਾ ਹੀ ਯਤਨ ਕਰ ਰਹੇ ਹਾਂ, ਤੋਂ ਸੰਖੇਪ ਵਿੱਚ ਆਪਾਂ ਇਹ ਜਾਣਨ ਦਾ ਯਤਨ ਕੀਤਾ ਹੈ ਵੀ ਹਜ਼ਰਤ ਬਾਬਾ ਸ਼ੇਖ ਫਰੀਦ ਸਾਹਿਬ, ਜਿਨ੍ਹਾਂ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ 112 ਸ਼ਲੋਕ ਦਰਜ ਹਨ,
ਸੰਖੇਪ ਮੰਗਲਾਚਰਨ ਦੇ ਨਾਲ ਇਹ ਸ਼ਬਦ ਆਰੰਭ ਹੁੰਦਾ ਹੈ, ਏਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਹਿੰਦਸਾ ਇੱਕ ਬੱਝਵੀਂ, ਸਿਰਜਣਹਾਰ ਪ੍ਰਤਪਾਲਕ ਤੇ ਘਾਲਕ ਸੱਤਾ ਦਾ ਲਖਾਇਕ ਹੈ। ਉਹ ਹਸਤੀ ਜੋ ਜਗਤ ਨੂੰ ਬਣਾਉਂਦੀ ਵੀ ਹੈ, ਚਲਾਉਂਦੀ ਵੀ ਹੈ, ਖਤਮ ਵੀ ਕਰਦੀ ਹੈ, ਰਮੀ ਹੋਈ ਹੈ, ਘਟ ਘਟ ਵਿੱਚ ਵਿਆਪਕ ਹੈ, ਜੋ ਸਦੀਵ ਕਾਲ ਕਾਇਮ ਰਹਿਣ ਵਾਲੀ, ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਵਕਤ ਵਿੱਚ ਵੀ ਰਹੇਗੀ, ਜਿਸ ਉੱਤੇ ਸਮੇਂ ਸਥਾਨ ਦਾ ਕੋਈ ਪ੍ਰਭਾਵ ਨਹੀਂ। ਉਸ ਸਰਵਵਿਆਪੀ ਇੱਕ ਹਸਤੀ ਦੀ ਸੋਝੀ ਸਤਿਗੁਰੂ ਦੀ, ਸੱਚੇ ਸਤਿਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਹੈ। ਸਤਿਗੁਰੂ ਦੇ ਅਨੁਭਵ ਗਿਆਨ ਨਾਲ ਜੁੜ ਕੇ, ਸਤਿਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਗੁਰੂ ਲਿਵ ਨਾਲ ਜੁੜ ਕੇ ਉਸ ਦਾ ਅਹਿਸਾਸ ਜੀਵ ਨੂੰ ਹੁੰਦਾ ਹੈ। ਇਸ ਤੋਂ ਅੱਗੇ ਸ਼ਬਦ ਦੀ ਅਰੰਭਤਾ ਹੈ। ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਉਸ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਇਸਲਾਮ ਵਿੱਚ ਸੂਫੀਆਂ ਦੇ ਜਿੰਨੇ ਸਿਲਸਿਲੇ ਨੇ, ਉਹਨਾਂ ਵਿੱਚੋਂ ਕਈ ਸਿਲਸਿਲਿਆਂ ਨੇ ਔਰ ਉਹਨਾਂ ਦੇ ਫਕੀਰਾਂ ਨੇ, ਸ਼ੇਖਾਂ ਨੇ, ਧਾਰਮਿਕ ਬਜ਼ੁਰਗਾਂ ਨੇ ਇਸ਼ਕ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਉਹਦੀ ਬੜੀ ਖੂਬਸੂਰਤ ਆਪਣੇ ਆਪਣੇ ਥਾਂ ਪਰ ਵਿਆਖਿਆ ਕੀਤੀ ਹੈ। ਇੱਕ ਹੈ ਇਸ਼ਕ ਮਜਾਜੀ, ਜਿਹੜਾ ਕੇਵਲ ਮਾਦਾ ਪ੍ਰਸਤੀ ਤੱਕ, ਪਦਾਰਥਕ ਮੋਹ ਤੱਕ ਸੀਮਤ ਹੈ, ਜਿਹੜਾ ਕੇਵਲ ਰੂਪ, ਰੰਗ ਤੇ ਆਕਾਰ ਤੱਕ ਸੀਮਤ ਹੈ, ਜਿਹੜਾ ਵਾਸ਼ਨਾ ਵਿੱਚੋਂ ਜਨਮ ਲੈਂਦਾ ਹੈ। ਕਿ ਤੁਸੀਂ ਕੇਵਲ ਮਾਸ ਦੇ ਲੋਥੜੇ ਨਾਲ ਸਨੇਹ ਕਰਦੇ ਹੋ ਤੇ ਤੁਹਾਡੇ ਉਸ ਸਨੇਹ ਦੇ ਪਿੱਛੇ ਇੱਕ ਤੁਹਾਡੀ ਵਾਸ਼ਨਾ ਹੈ, ਸਵਾਰਥ ਹੈ। ਉਹ ਜਿਹੜਾ ਇਸ਼ਕ ਹੈ ਉਹ ਤੁਹਾਡੀ ਵਾਸ਼ਨਾ ਦੇ ਵਿੱਚੋਂ ਪੈਦਾ ਹੁੰਦਾ ਹੈ। ਉਸ ਇਸ਼ਕ ਦੀ ਮੰਜ਼ਿਲ ਜਿਹੜੀ ਉਹ ਵਾਸ਼ਨਾ ਪੂਰੀ ਕਰਨ ਤੱਕ ਸੀਮਤ ਹੈ। ਤੁਸੀਂ ਮੋਹ ਵਿੱਚੋਂ, ਤੁਸੀਂ ਕਿਸੇ ਅੰਦਰ ਦੀ ਕਾਮਨਾ ਦੇ ਵੇਗ ਵਿੱਚ, ਤੁਸੀਂ ਕਿਸੇ ਵਾਸ਼ਨਾ ਦੇ ਵੇਗ ਵਿੱਚ ਕਿਸੇ ਚੀਜ਼ ਨਾਲ ਜੁੜ ਗਏ। ਉਹ ਜਿਹੜਾ ਇਸ਼ਕ ਮਜਾਜੀ ਹੈ ਉਹ ਕੇਵਲ ਵਕਤੀ ਹੈ, ਉਹ ਵਾਸ਼ਨਾ ਪੂਰੀ ਕਰਨ ਤੱਕ ਸੀਮਤ ਹੈ। ਜਦੋਂ ਤੁਹਾਡੀ ਵਾਸ਼ਨਾ ਤੁਹਾਨੂੰ ਅੰਦਰੋਂ ਜ਼ੋਰ ਪਾਉਂਦੀ, ਤੁਸੀਂ ਕਿਸੇ ਚੀਜ਼ ਨਾਲ ਅਟੈਚ ਹੁੰਦੇ ਹੋ, ਤੇ ਜਦੋਂ ਤੁਹਾਡੀ ਉਹ ਵਾਸ਼ਨਾ ਮੁੱਕ ਜਾਂਦੀ ਹੈ ਤੇ ਤੁਸੀਂ ਉਹ ਚੀਜ਼ ਨਾਲ ਟੁੱਟ ਜਾਂਦੇ ਹੋ। ਜਿਸ ਮੁਕੰਮਲ ਇਸ਼ਕ ਦੀ ਵਿਆਖਿਆ ਉਹਨਾਂ ਨੇ ਕੀਤੀ ਉਹ ਹੈ ਇਸ਼ਕ ਹਕੀਕੀ, ਹਕੀਕਤ ਨਾਲ ਪ੍ਰੇਮ ਕਰਨਾ। ਇਸ ਨੂੰ ਕਿਹਾ ਜਾਂਦਾ ਹੈ ਇਸ਼ਕ ਹਕੀਕੀ, ਭਾਵ ਹਕੀਕਤ ਨਾਲ, ਤਤ ਨਾਲ, ਸੱਚ ਨਾਲ ਪ੍ਰੇਮ ਕਰਨਾ। ਇਸ ਪ੍ਰੇਮ ਦੇ ਵਿੱਚ ਵਾਸ਼ਨਾ ਨਹੀਂ, ਨਿਰਸਵਾਰਥ ਹੈ, ਪਰਉਪਕਾਰ ਹੈ। ਦਰਅਸਲ ਇਹ ਮੁਹੱਬਤ ਜਿਹੜੀ ਹੈ ਉਸ ਪਰਮੇਸ਼ਰ ਨਾਲ, ਅੱਲਾਹ ਨਾਲ ਕੀਤੀ ਜਾਂਦੀ ਹੈ ਤੇ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਉਹਦਾ ਰੂਪ ਸਮਝਿਆ ਜਾਂਦਾ ਹੈ ਤੇ ਸਭਨਾਂ ਵਿੱਚ ਉਸ ਦੀ ਜੋਤ ਇਲਾਹੀ ਨੂੰ, ਉਹਦੇ ਨੂਰ ਨੂੰ ਤੱਕਿਆ ਜਾਂਦਾ ਹੈ। ਸੰਸਾਰ ਦੇ ਆਕਾਰ ਪੈਦਾ ਹੁੰਦੇ ਨੇ, ਵਿਨਸਦੇ ਨੇ, ਪਰ ਉਹ ਸਦੀਵ ਕਾਲ ਕਾਇਮ ਹੈ। ਉੱਥੇ ਫਿਰ ਨਸਲ ਦਾ ਭੇਦਭਾਵ ਕਰਨਾ, ਬਰਾਦਰੀ, ਜ਼ਾਤ, ਰੰਗ, ਅਮੀਰੀ ਗਰੀਬੀ ਦੇ ਫਰਕ ਨੂੰ ਲੈ ਕੇ ਕਿਸੇ ਨਾਲ ਨਫ਼ਰਤ ਜਾਂ ਛੂਆ-ਛਾਤ ਜਾਂ ਭੇਦਭਾਵ ਕਰਨਾ, ਫਰਕ ਪਾਉਣਾ, ਇਹ ਬਿਰਤੀ ਨਹੀਂ ਹੁੰਦੀ। ਉੱਥੇ ਹਰ ਇੱਕ ਨੂੰ ਰੱਬ ਦੇ ਬੰਦੇ ਜਾਣ ਕੇ, ਸਭਨਾਂ ਦੇ ਹਿਰਦੇ ਨੂੰ, ਜਿਵੇਂ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜਦੋਂ ਇਹ ਵਾਕ ਕਹਿੰਦੇ ਨੇ ਬਾਬਾ ਸ਼ੇਖ ਫਰੀਦ ਸਾਹਿਬ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹ ਹੈ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਤਾਂ ਦਰਅਸਲ ਉਹ ਇਸ਼ਕ ਹਕੀਕੀ ਦੀ ਹੀ ਵਿਆਖਿਆ ਬਦਲਵੇਂ ਰੂਪ ਵਿੱਚ ਕਰ ਰਹੇ ਹੁੰਦੇ ਨੇ ਵੀ ਸਾਡਾ ਉਸ ਸੱਤਾ ਨਾਲ ਸਨੇਹ ਜੋ ਸਰਵ ਵਿਆਪਕ ਹੈ। ਇਸ ਲਈ ਉਹਦੀ ਪੈਦਾ ਕੀਤੀ ਹੋਈ ਹਰ ਚੀਜ਼ ਜਿਹੜੀ ਹੈ, ਹਰ ਤਰ੍ਹਾਂ ਦੇ ਮਨੁੱਖ ਜਿਹੜੇ ਨੇ, ਉਹ ਉਸ ਦੇ ਆਪਣੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਉਸ ਮਾਲਕ ਦੇ ਪ੍ਰੇਮ ਦੀ ਇਸ ਰੂਪ ਵਿੱਚ ਵੀ ਵਿਆਖਿਆ ਕੀਤੀ। ਤੋ ਇੱਥੇ ਫਰਮਾਉਂਦੇ ਨੇ ਰੱਤੇ, ਰੱਤੇ ਦਾ ਮਤਲਬ ਹੈ ਰੰਗੇ ਹੋਏ, ਪ੍ਰਭਾਵ ਵਿੱਚ ਰਹਿਣ ਵਾਲੇ। ਰੱਤਿਆ ਹੋਇਆ ਮਤਲਬ ਹੁੰਦਾ ਪ੍ਰਭਾਵ ਗ੍ਰਹਿਣ ਕਰ ਲੈਣ ਵਾਲਾ। ਇਸ਼ਕ ਖੁਦਾਏ, ਜਿਹੜੇ ਖੁਦਾ ਦੇ ਇਸ਼ਕ ਦਾ ਪ੍ਰਭਾਵ ਗ੍ਰਹਿਣ ਕਰਨ ਵਾਲੇ ਹਨ, ਖੁਦਾ ਦੇ, ਅੱਲਾਹ ਦੇ, ਪਰਮੇਸ਼ਰ ਦੇ ਪ੍ਰੇਮ ਵਿੱਚ ਰੱਤੇ ਰੰਗੇ ਹੋਏ ਹਨ। ਰੰਗ ਦੀਦਾਰ ਕੇ, ਅਤੇ ਰੰਗ ਵਿੱਚ, ਰੰਗ ਦਾ ਅਰਥ ਵੀ ਪ੍ਰੇਮ ਹੈ। ਦੀਦਾਰ ਦਾ ਮਤਲਬ ਹੈ ਅਨੁਭਵ, ਦਰਸ਼ਨ, ਅਨੁਭਵ। ਵੀ ਜਿਹੜੇ ਹਰ
ਸੰਸਾਰ ਦੀ ਹਰ ਸ਼ੈ ਵਿੱਚੋਂ ਉਹਦੇ ਹੋਣ ਦਾ ਅਹਿਸਾਸ ਕਰਦੇ ਨੇ ਵੀ ਉਹੀ ਉਹਦੇ ਕਰਕੇ ਸਾਰਾ ਸੰਸਾਰ, ਉਸ ਦੀ ਹਸਤੀ ਕਰਕੇ ਹੀ ਰੂਪ ਰੰਗ ਆਕਾਰ ਹਰ ਚੀਜ਼ ਜਿਹੜੀ ਹੈ ਇਹ ਉਹਦੇ ਵਿੱਚੋਂ ਉਪਜ ਰਹੀ ਹੈ। ਜਿਵੇਂ ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ, ਨਦੀ ਦੇ ਵਿੱਚ ਪਾਣੀ ਦੀਆਂ ਛੱਲਾਂ ਲਹਿਰਾਂ ਉੱਠਦੀਆਂ ਨੇ, ਤਾਂ ਤੱਤਵੇਤਾ ਇਹ ਸਮਝਦਾ ਹੈ ਵੀ ਇਹ ਜਿਹੜੀ ਛੱਲ ਹੈ, ਇਹ ਜਿਹੜੀ ਲਹਿਰ ਹੈ, ਇਹ ਬਾਕੀ ਪਾਣੀ ਦਾ ਹੀ ਹਿੱਸਾ ਹੈ। ਇਹ ਪਾਣੀ ਵਿੱਚੋਂ ਉੱਠੀ, ਇਹਨੇ ਪਾਣੀ ਵਿੱਚ ਹੀ ਸਮਾ ਜਾਣਾ, ਇਹ ਕੋਈ ਬਾਕੀ ਪਾਣੀ ਨਾਲੋਂ ਵੱਖਰੀ ਨਹੀਂ ਹੈ। ਉਹਦੇ ਵੱਖਰੇਪਨ ਦਾ ਆਨੰਦ ਤੇ ਮਾਣਦਾ ਹੈ, ਪਰ ਉਹਨੂੰ ਵੱਖਰਿਆਂ ਸਮਝਣ ਦੀ ਗਲਤੀ ਨਹੀਂ ਕਰਦਾ। ਬਸ ਇੰਨਾ ਕੁ ਫਰਕ ਹੈ ਕਿ ਉਹ ਉਸ ਤਰੰਗ ਦਾ ਆਨੰਦ ਤੇ ਲੈਂਦਾ, ਲਾਹਾ ਤੇ ਲੈਂਦਾ। ਜਿਵੇਂ ਆਪਾਂ ਨਹੀਂ ਸੀ ਪਾਣੀ, ਸ਼ਾਂਤ ਪਾਣੀ ਹੋਵੇ, ਉਹਦੇ ਕੰਢੇ ਤੇ ਖਲੋ ਕੇ ਕੋਈ ਪੱਥਰ ਮਾਰਦਾ ਪਾਣੀ, ਤੇ ਪਾਣੀ ਦੇ ਵਿੱਚ ਤਰੰਗਾਂ ਉੱਠਦੀਆਂ ਨੇ, ਲਹਿਰਾਂ ਜੀਆਂ ਪੈਦਾ ਹੋ ਜਾਂਦੀਆਂ, ਉਹ ਆਨੰਦ ਲੈਂਦਾ ਪਾਣੀ ਦੇ ਛਲਕਣ ਦਾ, ਡਲਕਣ ਦਾ, ਤਰੰਗਾਂ ਦਾ, ਲਹਿਰਾਂ ਦਾ। ਪਰ ਉਹ ਅਗਲੀ ਅਸਲੀਅਤ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ ਵੀ ਇਹ ਲਹਿਰਾਂ ਦਾ ਆਪਣਾ ਆਨੰਦ ਹੈ, ਇਹਨਾਂ ਤਰੰਗਾਂ ਦਾ ਆਪਣਾ ਵਜੂਦ ਹੈ, ਪਰ ਇਹ ਵਜੂਦ ਇਸ ਪਾਣੀ ਕਰਕੇ, ਬਾਕੀ ਪਾਣੀ ਕਰਕੇ, ਇਹ ਉਹਦੇ ਤੋਂ ਵੱਖਰੀਆਂ ਨਹੀਂ ਹਨ, ਉਹਦਾ ਹੀ ਇੱਕ ਭਾਗ ਹਨ। ਤੋ ਇਵੇਂ ਉਹ ਪਰਮੇਸ਼ਰ ਵਾਹਿਗੁਰੂ ਦੇ ਦੀਦਾਰ ਭਾਵ ਉਹਦਾ ਅਨੁਭਵ ਕਰਦਾ ਹੈ, ਉਹਦੇ ਹੋਣ ਦਾ ਅਹਿਸਾਸ ਹਰ ਵੇਲੇ ਰੱਖਦਾ ਹੈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਇਸ ਨੂੰ ਮਹਾਰਾਜ ਪੰਚਮ ਪਾਤਸ਼ਾਹ ਨੇ ਆਪਣੇ ਸ਼ਲੋਕਾਂ ਵਿੱਚ ਕਿਹਾ, ਰੱਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਝਾਤਾ ਸਾਈ। ਸੰਝਾਤਾ ਦਾ ਮਤਲਬ ਹੁੰਦਾ ਹੈ ਸੰਝਾਣਿਆ, ਜਾਣਿਆ ਹੋਇਆ, ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਉਸ ਮਾਲਕ ਨੂੰ ਟਿਕਾ ਲਿਆ। ਤੇ ਨਾਲ ਹੀ ਇੱਥੇ ਸੁਚੇਤ ਕਰਦੇ ਹਨ, ਕਹਿੰਦੇ ਨੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਨਾਮ ਭੁੱਲ ਗਿਆ ਹੈ, ਉਹਦੇ ਹੋਣ ਦਾ ਅਹਿਸਾਸ ਹੀ ਨਹੀਂ ਹੈ, ਜਿਨ੍ਹਾਂ ਨੂੰ ਉਸ ਮਾਲਕ ਦੀ ਹੋਂਦ ਦੇ ਉੱਤੇ ਯਕੀਨ ਹੀ ਨਹੀਂ ਹੈ, ਤੇ ਜਿਹੜੇ ਸਭਨਾ ਘਟਾਂ ਵਿੱਚ ਉਸ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਕਰਦੇ, ਜਿਨ੍ਹਾਂ ਨੂੰ ਭੁੱਲ ਹੀ ਗਿਆ। ਵਿਸਰਿਆ ਦਾ ਮਤਲਬ ਹੁੰਦਾ ਭੁੱਲਿਆ, ਜਿਨ੍ਹਾਂ ਦੇ ਚੇਤੇ ਵਿੱਚ, ਯਾਦ ਸ਼ਕਤੀ ਵਿੱਚ ਹੈ ਹੀ ਨਹੀਂ, ਤੇ ਉਹ ਮਨੁੱਖ ਭੋਏ ਭਾਰ ਥੀਏ। ਭੋਏ ਮਤਲਬ ਧਰਤੀ ਜ਼ਮੀਨ ਦੇ ਉੱਤੇ ਭਾਰ ਵਾਂਗ ਨੇ, ਉਹ ਭਾਰ ਹੋ ਜਾਂਦੇ ਨੇ, ਉਹ ਬੋਝ ਬਣ ਜਾਂਦੇ, ਉਹ ਇਸ ਧਰਤੀ ਦੇ ਉੱਤੇ ਬੋਝ ਵਾਂਗ ਰਹਿੰਦੇ ਨੇ। ਉਹਨਾਂ ਦਾ ਉਹ ਸਵਾਰਥ, ਹੰਕਾਰ, ਵਾਸ਼ਨਾਵਾਂ ਦੇ ਪੁਤਲੇ ਬਣ ਕੇ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਬਤੀਤ ਕਰਦੇ ਨੇ। ਤੋ ਇੱਕ ਤਰ੍ਹਾਂ ਨਾਲ ਭਾਰ ਵਰਗੇ ਨੇ ਇਸ ਧਰਤੀ ਦੇ ਉੱਤੇ, ਕਿਉਂਕਿ ਉਹਨਾਂ ਦਾ ਜੀਵਨ ਹਰ ਇੱਕ ਨੂੰ ਤਕਲੀਫ ਦਿੰਦਾ, ਦੁੱਖ ਦਿੰਦਾ। ਉਹ ਖੁਦ ਵਾਸ਼ਨਾ ਦੇ ਬੱਝੇ ਹੋਏ ਦੂਜਿਆਂ ਨਾਲ ਟਕਰਾਉਂਦੇ ਰਹਿੰਦੇ ਨੇ, ਦੂਜਿਆਂ ਦੀ ਜ਼ਿੰਦਗੀ ਦਖਲ ਦਿੰਦੇ ਰਹਿੰਦੇ ਨੇ। ਉਹ ਸੰਸਾਰ ਦੇ ਲੋਕਾਂ ਦੇ, ਬਾਕੀ ਲੋਕਾਂ ਲਈ ਵੀ ਤਕਲੀਫ ਦੇ ਸਾਬਤ ਹੁੰਦੇ ਨੇ। ਇਸ ਕਰਕੇ ਇਸ ਧਰਤੀ ਦੇ ਉੱਤੇ ਭਾਰ ਵਾਂਗ ਰਹਿੰਦੇ ਨੇ, ਬੋਝ ਵਾਂਗ, ਜਿਵੇਂ ਵਾਧੂ ਚੀਜ਼ ਹੋਵੇ, ਕੁਝ ਸਜ਼ਾ ਮਾਤਰ ਹੋਵੇ। ਤੋ ਆਰੰਭ ਦੇ ਬਚਨ ਵਿੱਚ ਫਰਮਾਇਆ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸੇਈ ਸਚਿਆ। ਦਿਲੋਂ, ਹਿਰਦੇ ਕਰਕੇ, ਮਨ ਤੋਂ, ਜਿਹਨੂੰ ਆਪਾਂ ਕਹਿੰਦੇ ਅੰਦਰੋਂ। ਮੁਹੱਬਤ ਮਤਲਬ ਪ੍ਰੇਮ, ਪ੍ਰੀਤ, ਇਸ਼ਕ। ਦਿਲੋਂ ਮੁਹੱਬਤ ਜਿਨ, ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ ਉਸ ਪ੍ਰੇਮ ਨਾਲ, ਜਿਹੜੇ ਅੰਦਰੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੁਹੱਬਤ ਕਰਦੇ ਨੇ, ਇਸ਼ਕੇ ਹਕੀਕੀ ਕਰਦੇ ਨੇ, ਸੇਈ ਸੱਚਿਆ, ਉਹ ਖਰੇ ਲੋਕ ਨੇ। ਸੱਚਿਆ ਮਤਲਬ ਖਰੇ, ਬਿਲਕੁਲ ਪਾਕ ਤੇ ਸਾਫ਼, ਉਸ ਸੱਚੇ ਪਰਮੇਸ਼ਰ ਦਾ ਰੂਪ ਬਣਨ ਵਾਲੇ। ਤੇ ਨਾਲ ਹੀ ਕਿਹਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੁਖ ਵਿੱਚ ਹੋਰ ਹੈ, ਭਾਵ ਜਿਨ੍ਹਾਂ ਦਾ ਹਿਰਦਾ ਕੁਰਾਹੇ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਾਰ ਆਸਾ ਦੇ ਵਿੱਚ ਵਿਆਖਿਆ ਕੀਤੀ ਹੈ, ਜਦੋਂ ਸਤਿਗੁਰੂ ਇਹ ਕਹਿੰਦੇ ਨਾ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਜਾਂ ਫਿਰ ਸਤਿਗੁਰੂ ਪਹਿਲੇ ਸ਼ਲੋਕਾਂ ਵਿੱਚ ਕਹਿੰਦੇ ਨੇ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕੁ ਸੁਧੇ ਜਾਏ, ਜਾਂ ਫਿਰ ਪੰਚਮ ਪਾਤਸ਼ਾਹ ਆਪਣੇ ਸ਼ਲੋਕ ਵਿੱਚ ਕਹਿੰਦੇ ਨੇ ਸਿਆਮਲੰ ਮਦਰ ਮਾਨੁਖੰ ਰਿਦਯੰ ਭੂਮ ਵੈਰਨ ਨਿਵੰਤ ਹੋਵੰਤ ਮਿਥਿਆ ਨਾਨਕ ਚੇਤਨੰ ਸੰਤ ਸਵਜਨ। ਇਹਨਾਂ ਸਾਰੇ ਸ਼ਲੋਕਾਂ ਦਾ ਤਤ ਭਾਵ ਕੀ ਹੈ? ਚਾਹੇ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਆਪਾਂ ਪੜ੍ਹੇ ਨੇ, ਚਾਹੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ ਪੜ੍ਹਿਆ ਹੈ,
ਇਹਦਾ ਭਾਵ ਹੈ ਵੀ ਮਨੁੱਖ ਹਿਰਦੇ ਕਰਕੇ ਪ੍ਰੇਮ ਦੇ ਅਹਿਸਾਸ ਤੋਂ ਸਖਣਾ ਹੋਵੇ ਤੇ ਬਾਹਰੋਂ ਉਹ ਉਸ ਚੀਜ਼ ਨੂੰ ਵਿਖਾਉਣ ਦੀ ਟਰਾਈ ਕਰ ਰਿਹਾ ਹੋਵੇ ਜੋ ਉਹਦੇ ਕੋਲ ਹੈ ਹੀ ਨਹੀਂ। ਉਸ ਚੀਜ਼ ਨੂੰ ਵਿਖਾਉਣ ਦਾ ਉਹ ਯਤਨ ਕਰ ਰਿਹਾ ਹੋਵੇ ਜੋ ਉਹਦੇ ਪੱਲੇ ਹੀ ਨਹੀਂ। ਯਾਨੀ ਕਿ ਇਹਨੂੰ ਆਪਾਂ ਕਹਿ ਦਿੰਦੇ ਵੀ ਅੰਦਰੋਂ ਹੋਰ ਹੋਣਾ ਤੇ ਬਾਹਰੋਂ ਹੋਰ ਹੋਣਾ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਵੀ ਜ਼ੁਬਾਨ ਨਾਲ ਗਾਂਢੇ ਲਾਉਣਾ। ਗਾਂਢਾ ਬੰਦਾ ਕਿੱਥੇ ਲਾਉਂਦਾ ਹੈ? ਜਿੱਥੇ ਕੋਈ ਚੀਜ਼ ਤਿੜਕ ਜਾਂਦੀ ਹੈ, ਟੁੱਟੀ ਹੋਈ ਹੋਵੇ, ਤੇ ਉਹਨੂੰ ਜੋੜਨ ਦੀ ਆਪਾਂ ਕੋਸ਼ਿਸ਼ ਜਦੋਂ ਕਰਦੇ ਹਾਂ ਤੇ ਉੱਥੇ ਆਪਾਂ ਗਾਂਢਾ ਲਾਉਣੇ। ਕੋਈ ਵੀ ਚੀਜ਼ ਹੋਵੇ, ਕੱਪੜਾ ਪਾਟ ਜਾਏ ਤੇ ਉਸ ਨੂੰ ਸੀਂਦਾ, ਤੋਪਾ ਭਰੀਦਾ। ਕੋਈ ਧਾਤੂ ਦੀ ਚੀਜ਼ ਟੁੱਟ ਜਾਏ ਤੇ ਉਹਨੂੰ ਗਾਂਢਾ ਲਾਇਆ ਜਾਂਦਾ, ਉਹ ਇੱਕ ਜੋੜ ਪੈ ਜਾਂਦਾ। ਹੁਣ ਜੋ ਅੰਦਰ ਨਹੀਂ ਸਾਡੇ, ਉਹਨੂੰ ਅਸੀਂ ਕਈ ਵਾਰ ਆਪਣੀ ਰਸਨਾ ਨਾਲ, ਜ਼ਬਾਨ ਨਾਲ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਰਗੂਮੈਂਟ ਨਾਲ, ਗੱਲਾਂ ਬਾਤੀਆਂ ਆਪਾਂ ਸਾਬਤ ਜਦੋਂ ਕਰਦੇ ਹਾਂ, ਇਹਦਾ ਮਤਲਬ ਹੁੰਦਾ ਵੀ ਅਸੀਂ ਗੱਲ ਹੈ ਨਹੀਂ, ਟੁੱਟੀ ਹੋਈ ਹੈ, ਤਿੜਕੀ ਹੋਈ ਚੀਜ਼ ਹੈ, ਪਰ ਕੋਸ਼ਿਸ਼ ਕਰ ਰਹੇ ਹਾਂ ਵੀ ਜ਼ਬਾਨ ਨਾਲ ਜੇ ਗਾਂਢਾ ਲੱਗ ਜਾਏ ਕਿਸੇ ਤਰ੍ਹਾਂ, ਇਹਨੂੰ ਜੁੜੀ ਹੋਈ ਸਾਬਤ ਕਰ ਦਈਏ ਵੀ ਇੱਕੋ ਹੀ ਹੈ। ਤੋ ਉਸ ਨੂੰ ਕਹਿਣ ਲੱਗੇ ਵੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ। ਕਾਂਢੇ ਦਾ ਮਤਲਬ ਆਖੇ ਜਾਂਦੇ ਕੱਚਿਆ, ਉਹ ਕੱਚੇ ਜੀਵਨ ਵਾਲੇ ਨੇ। ਸੱਚੇ ਜੀਵਨ ਵਾਲੇ, ਖਰੇ ਜੀਵਨ ਵਾਲੇ ਉਹ ਨੇ ਜਿਨ੍ਹਾਂ ਦੇ ਦਿਲ ਵਿੱਚ ਅੰਦਰੋਂ ਮੁਹੱਬਤ ਹੈ, ਜਿਨ੍ਹਾਂ ਦੇ ਅੰਦਰ। ਤੇ ਕੱਚੇ ਜੀਵਨ ਵਾਲੇ ਉਹ ਨੇ ਜਿਨ੍ਹਾਂ ਦੇ ਮਨ 'ਚ ਤੇ ਮੁਹੱਬਤ ਨਹੀਂ, ਪਰ ਉਹ ਬਾਹਰੋਂ ਜੋ ਮਰਜ਼ੀ ਦਿਸਦੇ ਹੋਣ, ਬਾਹਰੋਂ ਜੋ ਮਰਜ਼ੀ ਕਹਿੰਦੇ ਹੋਣ, ਬਾਹਰੋਂ ਜੋ ਮਰਜ਼ੀ ਗਾਂਢੇ ਲਾਉਂਦੇ ਹੋਣ। ਫਿਰ ਅੱਗੇ ਜਾ ਕੇ ਫਰਮਾਉਂਦੇ ਨੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਆਪ ਉਸ ਅੱਲਾ ਨੇ, ਉਸ ਖੁਦਾ ਨੇ, ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਨ੍ਹਾਂ ਨੂੰ ਆਪਣੇ ਲੜ ਲਾ ਲਏ, ਜਿਨ੍ਹਾਂ ਦੇ ਉੱਤੇ ਉਹਨੇ ਕਰਮ ਨਿਵਾਜ਼ੀ ਕੀਤੀ, ਬਖਸ਼ਿਸ਼ ਕੀਤੀ ਤੇ ਆਪਣੇ ਨਾਲ ਜਿਨ੍ਹਾਂ ਨੂੰ ਜੋੜ ਲਿਆ। ਉਹ ਉਹਦੇ ਦਰ ਦੇ ਉੱਤੇ ਉਹਦੇ ਅਸਲ ਜਾਚਕ ਨੇ। ਦਰਵੇਸ਼ ਫਾਰਸੀ ਦਾ ਸ਼ਬਦ ਹੈ, ਇਸ ਦਾ ਮਤਲਬ ਹੁੰਦਾ ਹੈ ਦਰ ਆਵੇਜ਼। ਦਰ ਦਰਵਾਜ਼ੇ ਨੂੰ ਕਹਿੰਦੇ ਨੇ, ਆਵੇਜ਼ ਦਾ ਮਤਲਬ ਹੁੰਦਾ ਹੈ ਮੰਗਤਾ, ਜਿਹੜਾ ਕੇਵਲ ਇੱਕ ਦੇ ਦਰ ਦਾ ਮੰਗਤਾ ਹੈ। ਇਸ ਦੀ ਐਕਸਪਲੇਨੇਸ਼ਨ ਵਿਆਖਿਆ ਦਿੰਦਾ, ਕਹਿੰਦੇ ਵੀ ਜਿਹਨੇ ਇੱਕ ਦਾ ਦਰ ਫੜ ਲਿਆ ਤੇ ਹੋਰ ਕਿਸੇ ਦਰ ਵੱਲ ਝਾਤ ਨਹੀਂ ਮਾਰਦਾ, ਝਾਕਦਾ ਨਹੀਂ, ਉਮੀਦ ਨਹੀਂ ਰੱਖਦਾ। ਦਰਵੇਸ਼ ਸ਼ਬਦ ਬੜੇ ਡੂੰਘੇ ਮਾਇਨੇ ਰੱਖਦਾ। ਤੋ ਇਹਦਾ ਆਮ ਭਾਸ਼ਾ ਵਿੱਚ ਜਿਹੜਾ ਇਹਦਾ ਅਰਥ ਲਿਆ ਜਾਂਦਾ ਫਕੀਰ। ਫਕੀਰ ਤੋਂ ਭਾਵ ਹੈ ਜਿਹੜਾ ਇੱਕ ਅੱਲਾਹ ਤਾਲਾ ਦੇ ਰਾਹ ਤੇ ਚੱਲਿਆ, ਜਿਹਨੇ ਬਾਕੀ ਸਾਰੀਆਂ ਹਰ ਕਿਸਮਾਂ ਦੀ ਝਾਕ ਤਿਆਗ ਦਿੱਤੀ, ਉਹਦੇ ਹੁਕਮ ਵਿੱਚ ਚੱਲਦਾ ਤੇ ਉਹਦੇ ਭਾਣੇ 'ਚ ਰਾਜ਼ੀ ਰਹਿੰਦਾ। ਉਹਨੇ ਸੰਸਾਰ ਦੀਆਂ ਖਾਸ਼ਾਂ ਦੀ ਝਾਕ ਮੁਕਾ ਦਿੱਤੀ ਤੇ ਲੋਕ ਲਾਜ ਤੇ ਲੋਕਾਂ ਤੋਂ ਉਮੀਦ ਤਿਆਗ ਦਿੱਤੀ। ਉਹਨੂੰ ਕਿਹਾ ਜਾਂਦਾ ਫਕੀਰ, ਦਰਵੇਸ਼। ਪਰ ਜਿਸ ਵੇਲੇ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ, ਉਹਨਾਂ ਦੇ ਸਾਹਮਣੇ ਸੂਫੀਆਂ ਦੇ, ਜਦੋਂ ਆਪਾਂ ਬੜੇ ਵੱਡੇ ਮਹਾਂਪੁਰਖਾਂ ਦੇ ਜੀਵਨ ਪੜ੍ਹਦੇ ਹਾਂ, ਬੜੀ ਵੱਡੀ ਕਮਾਈ ਸੀ ਉਹਨਾਂ ਨੇ, ਕੁਰਬਾਨੀਆਂ ਵੀ ਦਿੱਤੀਆਂ, ਸ਼ਹਾਦਤਾਂ ਵੀ ਪਾਈਆਂ, ਸੰਸਾਰ ਨੂੰ ਨੇਕ ਚਾਲ ਚੱਲਣ ਦੀ ਬੜੀ ਉੱਤਮ ਸਿੱਖਿਆ ਉਹਨਾਂ ਨੇ ਆਪਣੇ ਜੀਵਨ 'ਚ ਦਿੱਤੀ, ਔਰ ਖੁਦ ਵੀ ਐਸਾ ਜੀਵਨ ਜੀਵੇ। ਪਰ ਕਿਉਂਕਿ ਹਰ ਅਸਲ ਦੀ ਨਕਲ ਸੰਸਾਰ ਵਿੱਚ ਹੁੰਦੀ ਹੀ ਹੁੰਦੀ ਹੈ। ਕੁਝ ਐਸੇ ਲੋਕ, ਕਿਉਂਕਿ ਜਿੱਥੇ ਇੱਕ ਧਿਰ ਹੁੰਦੀ ਜਿਹੜੀ ਆਪਣਾ ਸਤਕਾਰ ਬੜੀ ਘਾਲਣਾ ਨਾਲ ਕਾਇਮ ਕਰਦੀ ਹੈ, ਕੋਈ ਕੁਰਬਾਨੀਆਂ ਦਿੰਦਾ ਹੈ, ਕੋਈ ਕਮਾਈ ਕਰਦਾ ਹੈ, ਤੇ ਕੁਝ ਐਸੇ ਲੋਕ ਵੀ ਹੁੰਦੇ ਨੇ ਜਿਹੜੇ ਉਹ ਤਾਂ ਵੇਖ ਲੈਂਦੇ ਨੇ ਵੀ ਸਤਕਾਰ ਮਿਲਦਾ, ਕੋਈ ਇਹ ਨਹੀਂ ਵੇਖਦੇ ਵੀ ਇਹਦੀ ਕੋਈ ਘਾਲਣਾ, ਇਹਦੀ ਕੋਈ ਕਮਾਈ, ਇਹਦੀ ਕੋਈ ਮਿਹਨਤ ਵੀ ਹੈ। ਤਾਂ ਸੂਫੀਆਂ ਨੇ ਕੁਝ ਕਾਰਨ ਸਾਨੂੰ ਦੇ, ਉਹ ਫੇਰ ਆਪਾਂ ਵਿਚਾਰਾਂਗੇ। ਕਾਲੇ ਕੱਪੜੇ ਵੀ ਪਹਿਨੇ, ਤਾਰੀਖ ਵਿੱਚ ਉਹਨਾਂ ਦਾ ਜ਼ਿਕਰ ਹੈ। ਪਰ ਕੁਝ ਐਸੇ ਲੋਕ ਵੀ, ਉਹਨਾਂ ਨੇ ਘਰ-ਬਾਰ ਛੱਡਣਾ ਸੀ, ਲੋਕਾਂ ਸਿਰੋਂ ਗੁਜ਼ਾਰਾ ਕਰਨਾ ਸੀ। ਉਹਨਾਂ ਸੋਚਿਆ ਵੀ ਐਵੇਂ ਮੰਗਤੇ ਬਣ ਕੇ ਵਿਚਰਾਂਗੇ, ਕੋਈ ਮਾਣ ਨਹੀਂ ਮਿਲਣਾ, ਕੱਪੜੇ ਹੀ ਸੂਫੀ ਫਕੀਰਾਂ ਵਰਗੇ ਪਾ ਲਓ, ਆਪੇ ਤੁਹਾਨੂੰ ਲੋਕ ਫਕੀਰ ਸਮਝਣਗੇ, ਦਰਵੇਸ਼ ਸਮਝਣਗੇ। ਉਹਦਾ ਜ਼ਿਕਰ ਬਾਬਾ ਸ਼ੇਖ ਫਰੀਦ ਸਾਹਿਬ ਨੇ ਵੀ ਕੀਤਾ ਤੇ ਗੁਰੂ ਸਾਹਿਬਾਂ ਨੇ ਵੀ ਬਾਣੀ 'ਚ ਕੀਤਾ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ। ਇਹ ਉਹਨਾਂ ਦੇ ਉੱਤੇ ਕਟਾਕਸ਼ ਹੈ ਜਿਹੜੇ ਲੋਕ ਵਿਖਾਵਾ ਤੇ ਦਰਵੇਸ਼ ਹੋਣ ਦਾ ਕਰਦੇ ਨੇ, ਪਰ ਦਰਵੇਸ਼ੀ ਵਾਲਾ ਗੁਣ ਜੀਵਨ 'ਚ ਕੋਈ ਨਹੀਂ। ਪਰ ਅਸਲ ਦਰਵੇਸ਼ ਕੌਣ ਹੈ? ਬਾਬਾ ਸ਼ੇਖ ਫਰੀਦ ਸਾਹਿਬ ਲਿਖਦੇ ਨੇ
ਆਪ ਲੀਏ ਲੜ ਲਾਏ। ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਆਪਣੀ ਕਰਮ ਨਿਵਾਜ਼ੀ ਨਾਲ ਬਖਸ਼ਿਸ਼ ਕਰਕੇ ਜਿਨ੍ਹਾਂ ਦੀ ਸੁਰਤ ਨੂੰ ਆਪਣੇ ਪ੍ਰੇਮ ਵਿੱਚ ਰੰਗ ਲਿਆ ਹੈ, ਤੇ ਜਿਹੜੇ ਉਹਦੀ ਬਖਸ਼ਿਸ਼ ਨੂੰ ਐਵੇਂ ਮਾਣਦੇ ਨੇ ਕਿ ਬਾਕੀ ਸਾਰੇ ਕਿਸਮਾਂ ਦੀ ਝਾਕ ਤਿਆਗ ਦਿੰਦੇ, ਉਹ ਉਹਦੇ ਦਰ ਦੇ ਅਸਲ ਫਕੀਰ ਹਨ, ਸੇਵਕ ਹਨ, ਦਰਵੇਸ਼ ਹਨ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਐਸੇ ਨੇਕ ਪੁਰਖਾਂ ਦੀ ਮਾਓ ਧਨ ਹੈ। ਉਹ ਕੁੱਖ ਸਲਾਉਣ ਯੋਗ ਹੈ, ਉਹ ਮਾਂ ਸਲਾਉਣ ਯੋਗ ਹੈ, ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ, ਉਹਨਾਂ ਦੀ ਪਰਵਰਿਸ਼ ਕੀਤੀ। ਆਏ ਸਫਲ ਸੇ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਸਫਲਾ ਹੈ। ਫਲ ਸਹਿਤ, ਸਫਲ ਦਾ ਮਤਲਬ, ਸਫਲ ਸ਼ਬਦ ਦਾ ਅਰਥ ਹੈ ਫਲ ਸਹਿਤ, ਭਾਵ ਜਿਸ ਨੂੰ ਅਸੀਂ ਕਹਿੰਦੇ ਵੀ ਕੰਮ ਵਾਲਾ, ਜਿਹਦਾ ਮਕਸਦ ਪੂਰਾ ਹੋ ਗਿਆ। ਜੇ ਆਪਾਂ ਹੁਣ ਫਲਦਾਰ ਬੂਟਾ ਲਾਈਏ ਤੇ ਆਪਣੀ ਉਮੀਦ ਉਹ ਤੋਂ ਛਾਂ ਲੈਣ ਦੀ ਘੱਟ ਤੇ ਫਲ ਲੈਣ ਦੀ ਵੱਧ ਹੋਏਗੀ ਨਾ। ਜੇ ਛਾਂ ਵਾਲਾ ਬੂਟਾ ਲਾਉਣਾ ਹੋਵੇ ਤੇ ਬੜੇ ਵੱਡੇ ਵੱਡੇ ਬੂਟੇ ਪਾਏ ਨੇ, ਪਰ ਜੇ ਫਲ ਵਾਲਾ ਲਾ ਰਹੇ ਆ ਤੇ ਉਹਦੇ ਤੋਂ ਉਮੀਦ ਸਾਨੂੰ ਛਾਂ ਦੀ ਨਹੀਂ ਹੁੰਦੀ, ਉਹਦੇ ਤੋਂ ਫਲ ਦੀ ਉਮੀਦ ਹੁੰਦੀ ਹੈ। ਫੁੱਲਾਂ ਵਾਲਾ ਲਾ ਰਹੇ ਤੇ ਸਾਡੀ ਉਮੀਦ ਕੀ ਹੁੰਦੀ ਵੀ ਕਿਉਂ ਲਾਇਆ ਇਹਨੂੰ, ਫੁੱਲ ਲੱਗਣਗੇ ਅਖੀਰ ਨੂੰ। ਬਸ ਠੀਕ ਇਸੇ ਤਰ੍ਹਾਂ ਜੀਵਨ ਸਫਲਾ ਕੀ ਹੁੰਦਾ, ਜਿਸ ਜੀਵਨ ਵਿੱਚ, ਜੀਵਨ ਕਿਉਂਕਿ ਮਨੁੱਖ ਦਾ ਹੈ, ਜਨਮ ਮਨੁੱਖ ਦਾ ਹੈ ਤੇ ਵਿਹਾਰ ਵੀ ਮਨੁੱਖ ਵਾਲਾ ਹੋਏ ਤੇ ਫਲ ਸਹਿਤ ਹੈ, ਸਮਝੋ ਇਹਨੂੰ ਫਲ ਲੱਗਿਆ, ਜਿਹਦਾ ਮਕਸਦ ਪੂਰਾ ਹੋ ਗਿਆ। ਫਿਰ ਅੱਗੇ ਫਰਮਾਉਂਦੇ ਨੇ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਹੇ ਮੇਰੇ ਖੁਦਾ, ਮੇਰੇ ਪਰਮੇਸ਼ਰ, ਤੂੰ ਸਭ ਦਾ ਪਾਲਣਹਾਰ ਹੈ। ਪਰਵਤਗਾਰ ਦਾ ਭਾਵ ਹੈ ਸਾਰਿਆਂ ਦਾ ਪਾਲਣ ਵਾਲਾ ਹੈ। ਤੇਰੀ ਕੁਦਰਤ ਦੇ ਭੰਡਾਰੇ ਹਰ ਇੱਕ ਦਾਤ ਨਾਲ ਭਰੇ ਪਏ ਨੇ। ਅਪਾਰ, ਤੇਰਾ ਕੋਈ ਪਾਰਲਾ ਬੰਨਾ ਨਹੀਂ। ਅਗੰਮ, ਬੁੱਧੀ ਨਾਲ ਤੇਰੀ ਵੱਡੀ ਹਸਤੀ ਨੂੰ ਜਾਣਿਆ ਨਹੀਂ ਜਾ ਸਕਦਾ, ਜਾਣਨ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਬੇਅੰਤ ਤੂੰ ਅੰਤ ਤੋਂ ਰਹਿਤ ਹੈ, ਤੇਰਾ ਕੋਈ ਅੰਤ ਨਹੀਂ, ਕੋਈ ਸਿਰਾ ਨਹੀਂ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਜਿਨ੍ਹਾਂ ਨੇ ਹੇ ਸੱਚੇ ਪਰਵਤਗਾਰ ਤੈਨੂੰ ਪਛਾਣਿਆ ਹੈ, ਸਮਝਿਆ ਹੈ, ਜਾਣਿਆ ਹੈ, ਬੁੱਝਿਆ ਹੈ, ਤੇਰੇ 'ਚ ਯਕੀਨ ਪਾਲਿਆ ਹੈ, ਤੇਰੀ ਹੋਂਦ ਦਾ ਅਹਿਸਾਸ ਰੱਖਿਆ ਹੈ, ਅਨੁਭਵ ਪਾਇਆ ਹੈ। ਮੂੰਹ ਤੋਂ ਭਾਵ ਹੈ ਮੈਂ ਤਿਨਾਂ ਦੇ ਕਦਮ ਚੁੰਮਦਾ ਹਾਂ, ਮੈਂ ਉਹਨਾਂ ਦਾ ਸਤਿਕਾਰ ਸਹਿਤ, ਆਦਰ ਸਹਿਤ ਉਹਨਾਂ ਸਾਹਮਣੇ ਸਮਰਪਿਤ ਹੁੰਦਾ। ਤੋ ਹਜ਼ੂਰ ਫਰਮਾਉਂਦੇ ਨੇ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਪਰਸ਼ੀਨ ਦਾ ਸ਼ਬਦ ਹੈ ਪਨਾਹ, ਪਨਾਹ, ਇਹਨੂੰ ਆਪਾਂ ਕਹਿੰਦੇ ਸ਼ਰਨ ਆਉਣਾ। ਸ਼ਰਨ ਕੋਈ ਕਿਉਂ ਆਉਂਦਾ ਹੈ? ਆਸਰਾ ਲੈਣ ਲਈ, ਓਟ ਤੱਕਣ ਲਈ, ਆਧਾਰ ਲੈਣ ਲਈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ, ਤੇਰੀ ਪਨਾਹ ਖੁਦਾਏ, ਹੇ ਖੁਦਾਏ, ਹੇ ਸੱਚੇ ਅਕਾਲ ਪੁਰਖ, ਮੈਂ ਤੇਰੀ ਸ਼ਰਨ, ਤੇਰੀ ਪਨਾਹ ਵਿੱਚ ਹਾਂ। ਤੂੰ ਬਖਸ਼ੰਦਗੀ, ਤੂੰ ਬਖਸ਼ਿਸ਼ ਕਰਨ ਵਾਲਾ ਹੈ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ। ਸ਼ੇਖ ਫਰੀਦ ਹੈ। ਹੁਣ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਨੇ ਖੁਦ ਨੂੰ ਵੀ ਬਾਣੀ ਵਿੱਚ ਸ਼ੇਖ ਲਿਖਿਆ, ਇੱਕ ਤਾਂ ਇਹ ਸ਼ਬਦ ਹੀ ਸਾਡੇ ਸਾਹਮਣੇ ਪੰਕਤੀ ਸ਼ੇਖ ਫਰੀਦ ਹੈ, ਕਿ ਫਿਰ ਜਦੋਂ ਉਹ ਸ਼ਲੋਕ ਲਿਖਦੇ ਨੇ, ਸ਼ਲੋਕਾਂ ਵਿੱਚ ਆਖਦੇ ਨੇ, ਆਖੀ ਸ਼ੇਖਾ ਬੰਦਗੀ, ਹੇ ਸ਼ੇਖਾ ਦੁਨੀਆ ਨੂੰ ਬੰਦਗੀ ਦੀ ਗੱਲ ਦੱਸ, ਪਰਮੇਸ਼ਰ ਦੇ ਰਾਹ ਦੀ ਗੱਲ ਦੱਸ। ਆਖੀ ਸ਼ੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਤੇ ਕਮਾਲ ਦੀ ਗੱਲ ਇਹ ਹੈ ਵੀ ਫਰੀਦ ਸਾਹਿਬ ਜੀ ਦਾ ਜਿੱਥੇ ਕੱਲਾ ਜ਼ਿਕਰ ਆਇਆ ਨਾ ਬਾਣੀ ਚ, ਸਰਲੇਖ, ਇੱਥੇ ਆਪਾਂ ਆਸਾ ਰਾਗ ਦੇ ਸ਼ਬਦ ਵਿਚਾਰ ਰਹੇ ਹਾਂ, ਇਹ ਪੜ੍ਹਿਆ ਸਰਲੇਖ, ਸੂਈ ਰਾਗ ਦੇ ਵੇਖਾਂਗੇ ਸ਼ਲੋਕ, ਭਗਤ ਸ਼ਬਦ ਉਹਨਾਂ ਦੇ ਨਾਲ ਨਹੀਂ ਵਰਤੇ, ਸ਼ੇਖ ਵਰਤੇ। ਜੋ ਪ੍ਰਚਲਿਤ ਹੈ ਜਿਸ ਦਾ ਜਿਹੋ ਜਿਹਾ ਨਾਉ, ਮੇਰੇ ਸਤਿਗੁਰੂ ਨੇ ਉਹੀ ਤਖੱਲਸ, ਵਡਿਆਈ ਤੇ ਪ੍ਰਭਤਾ ਵਾਲਾ ਜਿਉਂ ਦਾ ਤਿਉਂ ਰਹਿਣ ਦਿੱਤਾ। ਇਹ ਪ੍ਰਮਾਣ ਹੈ ਇਸ ਗੱਲ ਦਾ ਕਿ ਬਾਕੀ ਮਹਾਂਪੁਰਖਾਂ ਦੇ ਨਾਮ ਨਾਲ ਵੀ ਭਗਤ ਹੀ ਪ੍ਰਚਲਿਤ ਸੀ ਤੇ ਸਤਿਗੁਰੂ ਨੇ ਭਗਤ ਹੀ ਰਹਿਣ ਦਿੱਤਾ, ਨਾ ਕੁਝ ਉਹਨਾਂ ਦੇ ਨਾਮ ਨਾਲੋਂ ਉਤਾਰਿਆ ਤੇ ਨਾ ਮਰਜ਼ੀ ਨਾਲ ਜੋੜਿਆ। ਤੋ ਇਸ ਵਾਸਤੇ ਇੱਥੇ ਆਖਦੇ ਨੇ, ਸ਼ੇਖ ਫਰੀਦ ਹੈ ਖੈਰ ਦੀਜੈ ਬੰਦਗੀ। ਮੈਨੂੰ ਫਰੀਦ ਨੂੰ ਵੀ, ਤੇਰੀ ਪਨਾਹ, ਤੇਰੀ ਸ਼ਰਨ ਆਏ ਨੂੰ ਵੀ ਖੈਰ, ਖੈਰ ਕਹਿੰਦੇ ਹਨ ਦਾਨ ਨੂੰ, ਖੈਰੀਅਤ, ਕਿਉਂਕਿ ਦਰਵਾਜ਼ੇ ਤੇ ਆਉਂਦਾ ਤੇ ਉਹਨੂੰ ਕਹਿੰਦੇ ਖੈਰ ਪਾਓ, ਇਹਨੂੰ ਖੈਰੀਅਤ ਦਿਓ। ਇਹਦਾ ਭਾਵ ਹੈ ਦਾਨ ਦੇਣਾ, ਦਾਤ ਦੇਣੀ।
ਲੋੜ ਮੂਜਬ ਵਸਤੂ ਦੇਣੀ। ਸ਼ੇਖ ਫਰੀਦ ਮੈਨੂੰ ਸ਼ੇਖ ਫਰੀਦ ਨੂੰ ਵੀ ਖੈਰ ਦੀਜੈ, ਮੈਨੂੰ ਵੀ ਇਹ ਦਾਨ ਬਖਸ਼। ਕਾਹਦਾ? ਬੰਦਗੀ, ਇਬਾਦਤ ਦਾ। ਮੈਨੂੰ ਵੀ ਆਪਣੀ ਇਬਾਦਤ ਦਾ, ਆਪਣੀ ਬੰਦਗੀ ਦਾ, ਆਪਣੇ ਨਾਮ ਦਾ, ਆਪਣੇ ਹੁਕਮ ਵਿੱਚ ਰਾਜ਼ੀ ਰਹਿਣ ਦਾ, ਆਪਣੇ ਭਾਣੇ ਤੇ ਗੁਣਾਂ ਦਾ ਦਾਨ ਬਖਸ਼ੋ, ਖੈਰ ਬਖਸ਼ੋ। ਗਰੀਬ ਨਵਾਜ ਮਿਹਰ ਕਰਨ। ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।